अस्सलामुअलैकुम जी, सब ਨੂੰ ਵਾਰਮ ਵੈਲਕਮ ਸਾਡੇ ਚੈਨਲ ਤੇ। ਅੱਜ ਦਾ ਬੁਨਿਆਦੀ ਮਕਸਦ ਜਿਹੜਾ ਵੀਡੀਓ ਬਣਾਉਣ ਦਾ ਸੀ ਉਹ ਦੋ ਟੌਪਿਕ ਸੀ। ਇੱਕ ਤੇ ਹੈ ਕਿ ਜਿਹੜੇ ਵੀ ਲੋਕ ਜਿਹੜੇ ਸਾਡੇ ਆ ਕੇ ਸਪੇਨ ਦੇ ਵਿੱਚ ਅਸਾਈਲਮ ਅਪਲਾਈ ਕਰਦੇ ਨੇ ਜਾਂ ਸਿਆਸੀ ਪਨਾਹ ਅਪਲਾਈ ਕਰਦੇ ਨੇ, ਉਸ ਤੋਂ ਬਾਅਦ ਉਹਨਾਂ ਵਾਸਤੇ ਇਸ਼ੂ ਇਹ ਬਣਦਾ ਹੈ ਕਿ ਅਗਰ ਉਹ ਜਿਸ ਜਗ੍ਹਾ 'ਤੇ ਉਹ ਰਹਿੰਦੇ ਸੀ ਪਹਿਲੇ ਪੇ ਔਰ ਉਸ ਜਗ੍ਹਾ ਦਾ ਉਹਨਾਂ ਨੇ ਐਡਰੈਸ ਦਿੱਤਾ ਸੀ ਜਦੋਂ ਉਹਨਾਂ ਨੇ ਅਸਾਈਲਮ ਜਾਂ ਸਿਆਸੀ ਪਨਾਹ ਸਪੇਨ ਦੇ ਵਿੱਚ ਅਪਲਾਈ ਕੀਤੀ ਸੀ, ਅਤੇ ਉਹ ਐਡਰੈਸ ਉਹਨਾਂ ਨੇ ਹੁਣ ਚੇਂਜ ਕਰ ਛੱਡਿਆ ਅਤੇ ਉਹਦਾ ਕੀ ਇਸ਼ੂ ਬਣੇਗਾ। ਅਤੇ ਦੂਸਰਾ ਹੈ ਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਆਪਣਾ ਅਸਾਈਲਮ ਦਾ ਸਟੇਟਸ ਜਿਹੜਾ ਹੈ ਉਹ ਚੈੱਕ ਕਰਨਾ ਆਨਲਾਈਨ ਹੈ। ਅਤੇ ਅਸੀਂ ਅਮੂਮਨ ਗੁੰਮ ਦੀ ਕੰਡੀਸ਼ਨ ਵਿੱਚ ਰਹਿੰਦੇ ਹਾਂ ਕਿ ਕਿਸ ਤਰ੍ਹਾਂ ਚੈੱਕ ਕਰੀਏ। ਇੱਕ ਤਾਂ ਅਸੀਂ ਐਡਰੈਸ ਚੇਂਜ ਕਰ ਲਿਆ ਜਾਂ ਨਹੀਂ ਵੀ ਕੀਤਾ, ਅਤੇ ਕਿਸ ਤਰ੍ਹਾਂ ਪਤਾ ਕਰੀਏ। ਇਹ ਵੀਡੀਓ ਇਸ ਟਾਪਿਕ ਉੱਤੇ ਵੇ। ਹੁਣ ਸ਼ੁਰੂ ਕਰਾਂਗੇ। ਪਹਿਲੀ ਚੀਜ਼ ਨੂੰ ਹੈ ਕਿ ਅਗਰ ਜਦੋਂ ਵੀ ਅਸੀਂ ਅਸਾਈਲਮ ਅਪਲਾਈ ਕਰਨੇ ਆ ਅਤੇ ਅਗਰ ਕਿਸੇ ਵੀ ਐਮਰਜੈਂਸੀ ਦੀ ਵਜ੍ਹਾ ਤੋਂ ਜਾਂ ਕਿਸੇ ਮਜਬੂਰੀ ਦੀ ਵਜ੍ਹਾ ਤੋਂ ਸਾਨੂੰ ਡਰੈਸ ਚੇਂਜ ਕਰਨਾ ਪੈ ਜਾਏ, ਜਿਸ ਜਗ੍ਹਾ 'ਤੇ ਅਸੀਂ ਰਹਿੰਦੇ ਸੀ ਉਹ ਸਾਨੂੰ ਚੇਂਜ ਕਰਨਾ ਪੈ ਜਾਏ, ਇਹ ਬੜੀ ਹੀ ਇੰਪੋਰਟੈਂਟ ਗੱਲ ਹੈ। ਇਹਨੂੰ ਹਲਕਾ ਨਹੀਂ ਲੈਣਾ ਚਾਹੀਦਾ ਹੈ। ਇਸ ਦੀ ਵਜ੍ਹਾ ਇਹ ਵੇ ਕਿ ਜਦੋਂ ਅਸੀਂ ਆਪਣਾ ਡਰੈਸ ਚੇਂਜ ਕਰਾਂਗੇ ਔਰ ਉਸ ਤੋਂ ਬਾਅਦ ਗੌਰਮੈਂਟ ਨੂੰ ਪਤਾ ਲੱਗੇਗਾ ਕਿ ਇਹਨਾਂ ਨੇ ਡਰੈਸ ਚੇਂਜ ਕਰ ਲਿਆ ਔਰ ਸਾਨੂੰ ਦੱਸਿਆ ਨਹੀਂ ਹੈ, ਅਤੇ ਤੁਹਾਡੀ ਅਸਾਈਲਮ ਦੀ ਜਾਂ ਸਿਆਸੀ ਪਨਾਹ ਦੀ ਦਰਖਾਸਤ ਜਿਹੜੀ ਹੈ ਉਹ ਉਸ ਟਾਈਮ ਅਰਚੀਵਾਰ ਕਰ ਛੱਡਣਗੇ, ਯਾਨੀ ਕਿ ਉਹ ਬੰਦ ਹੋ ਜਾਏਗੀ। ਠੀਕ ਹੈ, ਉਹ ਕਿਸਮ ਦੀ ਰਿਜੈਕਟ ਹੋ ਜਾਂਦੀ ਹੈ। ਇਸੇ ਗੱਲੇ ਇਹਨਾਂ ਚੀਜ਼ਾਂ ਨੂੰ ਈਜ਼ੀ ਨਹੀਂ ਲੈਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਕਿਸੇ ਇੱਕ ਜਗ੍ਹਾ 'ਤੇ ਰਹਿੰਦੇ ਹੋ, ਤੁਸੀਂ ਆਪਣਾ ਐਡਰੈਸ ਚੇਂਜ ਕਰੋਗੇ ਅਤੇ ਤੁਹਾਡਾ ਤਾਂ ਫਰਜ਼ ਬਣ ਜਾਂਦਾ ਹੈ ਕਿ ਅਸੀਂ ਹਰ ਸੂਰਤ ਦੇ ਵਿੱਚ ਅਸੀਂ ਇਹ ਚੀਜ਼ ਜਿਹੜੀ ਹੈ ਅਸੀਂ ਅਥਾਰਟੀਜ਼ ਨੂੰ ਕਨਵੇ ਕਰੀਏ। ਇਹ ਹੁਣ ਤਰੀਕਾ ਕੀ ਹੈ ਕਨਵੇ ਕਰਨ ਦਾ। ਅਸੀਂ ਮੂਮੈਂਟ ਡਰੇ ਰਹਿੰਦੇ ਹਾਂ, ਸਾਡੇ ਬੰਦੇ ਜਿਹੜੇ ਨੇ ਉਹ ਚੇਂਜ ਕਰ ਦਿੰਦੇ ਨੇ, ਬਾਅਦ 'ਚ ਨਾ ਅਸਾਈਲਮ ਦਾ ਪਤਾ ਹੁੰਦਾ ਪਾਸ ਹੋਈ ਕਿ ਨਹੀਂ ਹੋਈ, ਔਰ ਉਸ ਤੋਂ ਬਾਅਦ ਰਿਜੈਕਟ ਹੋ ਜਾਂਦੀ ਹੈ। ਉਹਦਾ ਤਰੀਕਾਕਾਰ ਹੈ ਵੇ ਕਿ ਇੱਕ ਇਹਦਾ ਮਾਡਲ ਹੁੰਦਾ। ਮੈਂ ਕੋਸ਼ਿਸ਼ ਕੀਤੀ ਸੀ ਉਹਨੂੰ ਡਾਊਨਲੋਡ ਕਰਨ ਦੀ, ਲੇਕਿਨ ਮੇਰੇ ਕੋਲ ਹੋਇਆ ਨਹੀਂ ਹੈ। ਲੇਕਿਨ ਉਹ ਮਾਡਲ ਜਿਹੜਾ ਹੈ ਉਹ ਫਾਰਮ ਜਿਹੜਾ ਹੁੰਦਾ ਉਹ ਤੁਸੀਂ ਫੁੱਲ ਕਰਨਾ ਨਹੀਂ ਕੋਲੇ। ਅਤੇ ਈਜ਼ੀ ਤਰੀਕਾ, ਸਭ ਤੋਂ ਆਸਾਨ ਤਰੀਕਾ ਹੈ ਯੂਨਤਾਮੈਂਟ ਤੋਂ ਜਾਓ। ਜਿਹੜੇ ਪਿੰਡ ਜਿਹੜੇ ਸ਼ਹਿਰ ਤੁਸੀਂ ਯੂਨਤਾਮੈਂਟ ਤੋਂ ਰਹਿ ਰਹੇ ਹੋ, ਆਪਣੇ ਸਾਰੇ ਡਾਕੂਮੈਂਟ ਜਿਹੜੇ ਨੇ ਅਸਾਈਲਮ ਵਾਲੇ ਉਹ ਲੈ ਕੇ ਜਾਓ ਅਤੇ ਉਹਨਾਂ ਨੂੰ ਦੱਸੋ ਕਿ ਮੈਂ ਅੱਗੇ ਇਸ ਐਡਰੈਸ 'ਤੇ ਰਹਿੰਦਾ ਸੀ, ਹੁਣ ਮੈਂ ਆਫਿਸੀਨਾ ਦੇ ਅਸੀਲੋ ਪੋਲੀਟਿਕੋ ਵਾਲਿਆਂ ਨੂੰ ਇਨਫੋਰਮ ਕਰਨਾ ਚਾਹੁੰਦਾ ਕਿ ਮੈਂ ਐਡਰੈਸ ਚੇਂਜ ਕਰ ਰਿਹਾ। ਉਹ ਤੁਹਾਨੂੰ ਫਾਰਮ ਦੇਣਗੇ, ਤੁਸੀਂ ਫੁੱਲ ਕਰਕੇ ਅਤੇ ਉਹਨਾਂ ਨੂੰ ਦੇਣਾ ਨਵਾਂ ਆਪਣੇ ਦਾ ਐਡਰੈਸ ਲਿਖਣਾ, ਆਪਣੇ ਸਾਰੇ ਕਾਰਡ ਵਗੈਰਾ ਦੀ ਕਾਪੀ ਦੇਣੀ ਹੈ, ਔਰ ਉਸ ਤੋਂ ਬਾਅਦ ਉਹ ਤੁਹਾਨੂੰ ਰਜਿਸਟਰ ਕਰਕੇ ਉਹਦੀ ਇੱਕ ਕਾਪੀ ਤੁਹਾਨੂੰ ਦੇ ਦੇਣਗੇ। ਉਹ ਕਾਪੀ ਤੁਸੀਂ ਐਜ਼ ਏ ਸਬੂਤ ਕੋਲੇ ਰੱਖ ਲੈਣੀ ਹੈ ਕਿ ਮੈਂ ਇਹਨਾਂ ਕੋਲ ਗਿਆ ਸੀ, ਮੈਂ ਜਾ ਕੇ ਐਡਰੈਸ ਚੇਂਜ ਕਰਕੇ ਇਹਨਾਂ ਨੂੰ ਇਨਫੋਰਮ ਕਰ ਦਿੱਤਾ ਹੈ। ਜਿਤਨੇ ਵੀ ਯੂਨਤਾਮੈਂਟ ਦੇ ਦਫ਼ਤਰ ਹੈ ਨੇ ਇਹ ਸਾਰੇ ਗੌਰਮੈਂਟ ਦੇ ਦਫ਼ਤਰ ਨੇ। ਇਸ ਤੋਂ ਇਲਾਵਾ ਤੁਸੀਂ ਕੋਰਿਓ ਜਿਹੜਾ ਇਹਨਾਂ ਦਾ ਡਾਕਖਾਨੇ ਵਾਲਾ ਦਫ਼ਤਰ ਹੈ, ਤੁਸੀਂ ਉੱਥੇ ਵੀ ਜਾ ਕੇ ਉਹਨਾਂ ਨੂੰ ਵੀ ਇਨਫੋਰਮ ਕਰ ਸਕਦੇ ਹੋ। ਲੇਕਿਨ ਇਹ ਇਨਫੋਰਮ ਕਰਨਾ ਬਹੁਤ ਹੀ ਜ਼ਰੂਰੀ ਹੈ। ਅਗਰ ਨਹੀਂ ਕਰੋਗੇ ਤਾਂ ਇਹਦੇ ਸਰਕਮਸਟਾਂਸ ਜਿਹੜੇ ਹੋਣਗੇ, ਜਿਹੜੇ ਇਹਦੇ ਬੈਡ ਫੈਕਟਸ ਹੋਣਗੇ, ਇਹ ਤੁਹਾਨੂੰ ਮਿਲਦੇ ਰਹਿਣਗੇ। ਹੁਣ ਦੂਸਰੀ ਚੀਜ਼ ਇਹ ਵੇ ਕਿ ਅਸੀਂ ਕਿਸ ਤਰ੍ਹਾਂ ਚੈੱਕ ਕਰੀਏ ਕਿ ਸਾਡਾ ਸਟੇਟਸ ਕੀ ਹੈ। ਕਿਆ ਸਾਡੀ ਅਸੀਜ਼ੀਲ ਜਾਂ ਅਸੀਲੋ ਪੋਲੀਟਿਕੋ ਜਾਂ ਸਿਆਸੀ ਪਨਾਹ, ਜਿਸ ਤਰ੍ਹਾਂ ਵੀ ਤੁਸੀਂ ਕਹਿ ਲਓ, ਇਹ ਕਿਆ ਪਾਸ ਹੋ ਗਈ ਹੈ ਜਾਂ ਉਹਨਾਂ ਰਿਜੈਕਟ ਕਰ ਛੱਡੀ ਹੈ ਜਾਂ ਆਰਚੀਵਾਦੋ ਹੋ ਗਈ ਹੈ, ਇਹਦਾ ਸਟੇਟਸ ਕੀ ਹੈ। ਇਸ ਤੋਂ ਪਹਿਲੇ ਤਾਂ ਤਰੀਕਾ ਇਹ ਸੀ ਹੈ ਕਿ ਜਦੋਂ ਵੀ ਕਿਸੇ ਬੰਦੇ ਨੇ ਕੋਈ ਚੈੱਕ ਕਰਨਾ ਹੁੰਦਾ ਸੀ ਸਿਸਟਮ, ਅਤੇ ਉਸਨੇ ਪਹਿਲੇ ਅਪੁਆਇੰਟਮੈਂਟ ਲੈਣੀ ਹੁੰਦੀ ਸੀ ਅਸੀਲੋ ਪੋਲੀਟਿਕੋ ਦੇ ਦਫ਼ਤਰ ਦੀ ਜਾਂ ਐਕਸਟਰਨਹੇਰੀਆ ਦੀ, ਜਿੱਥੇ ਉਹਨੇ ਜਮ੍ਹਾਂ ਕਰਾਏ ਹੈ, ਔਰ ਉਸ ਤੋਂ ਬਾਅਦ ਅਪੁਆਇੰਟਮੈਂਟ ਲੈ ਕੇ ਜਾ ਕੇ ਉਹਨੇ ਦਫ਼ਤਰ ਜਾਣਾ ਹੁੰਦਾ ਸੀ। ਉਸ ਦਫ਼ਤਰ ਜਾ ਕੇ ਉਹਨੇ ਪਤਾ ਕਰਾਉਣਾ ਹੁੰਦਾ ਸੀ ਕਿ ਮੇਰੇ ਅਸਾਈਲਮ ਪੋਲੀਟੀਕਲ ਅਸਾਈਲਮ ਜਾਂ ਅਸੀਲੋ ਪੋਲੀਟਿਕੋ ਜਾਂ ਸਿਆਸੀ ਪਨਾਹ ਦਾ ਸਟੇਟਸ ਕੀ, ਕਿਆ ਰਿਜੈਕਟ ਹੋ ਗਈ, ਸਿਲੈਕਟ ਹੋ ਗਈ, ਜਾਂ ਇਹਦਾ ਕੀ ਬਣਿਆ। ਮੈਨੂੰ ਇਹ ਤੱਕ ਕੋਈ ਨੋਟੀਫਿਕੇਸ਼ਨ ਘਰ ਨਹੀਂ ਪਹੁੰਚਿਆ ਹੈ। ਹੁਣ ਜਿਹੜਾ ਤੁਸੀਂ ਇਹ ਜਿਹੜਾ ਉੱਤੇ ਲਿੰਕ ਮੈਂ ਦਿੱਤਾ, ਮੈਨੂੰ ਕੋਸ਼ਿਸ਼ ਕਰਾਂਗਾ ਇਸ ਨੂੰ ਆਪਣੀ ਡਿਸਕ੍ਰਿਪਸ਼ਨ 'ਚ ਵੀ ਦੇ ਦਾਂ। ਇਹ ਲਿੰਕ ਲਫ਼ਜ਼ ਬ ਲਫ਼ਜ਼ ਜਿਹੜਾ ਯਾਦ ਰੱਖ ਲੈਣਾ, ਇਹਨੂੰ ਇਹਦੇ 'ਤੇ ਨਜ਼ਰ ਰੱਖ ਲਓ। ਮੈਂ ਫਿਰ ਤੁਹਾਨੂੰ ਦੱਸਣ ਦਾ ਤਰੀਕਾ ਕੀ ਹੈ। ਲੇਕਿਨ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਇਹਨਾਂ ਨੇ ਕੀ ਕੀਤਾ ਹੈ ਕਿ ਇਹਨਾਂ ਨੇ ਸਿਸਟਮ ਥੋੜ੍ਹਾ ਜਿਹਾ ਜਿਹੜਾ ਨਾ ਉਹ ਇੱਕ ਨਵੀਂ ਤਬਦੀਲੀ ਲੈ ਕੇ ਆਏ ਨੇ। ਇੱਕ ਪੁਰਾਣਾ ਚਾਰਜ ਵੀ ਚੱਲ ਰਿਹਾ, ਲੇਕਿਨ ਅਗਰ ਕੋਈ ਆਨਲਾਈਨ ਚੈੱਕ ਕਰਨਾ ਚਾਹੁੰਦਾ ਹੈ ਅਤੇ ਉਹ ਹੈ ਜਿਹੜਾ ਮੈਂ ਲਿੰਕ ਦਿੱਤੇ ਹੈ https://boe.es notificaciones, ਇੰਝ ਲਿਖ ਕੇ ਇਹਦੇ ਉੱਤੇ ਕਲਿੱਕ ਕਰਨੀ ਹੈ। ਅੱਗੋਂ ਮੈਂ ਤੁਹਾਨੂੰ ਦੱਸਣਾ ਕਿ ਅੱਗੋਂ ਇਹਦੇ ਤੋਂ ਕੀ ਬਣੇਗਾ।
जिस टाइम तुसी इस लिंक उत्ते क्लिक करोगे या इस लिंक नू गूगल च जाके इंज लिख के ओपन करोगे तो यह नवा पेज खुल जाएगा तुहाडे सामने जिहदे ते लिखिया गया अजेंसिया इस्ताताल बुलेटिन ऑफिशियल del Estado। तुसी अगर इहदे थल्ले देखोगे ना तो थल्ले लिखिया टेक्सटो NIF नीफ नोम्ब्रे, उस थल्ले लिखिया डिपार्टामेंटो। ठीक है जी, यह दो लाइनां जिन्हां दे अगे वाई लिखे है ना, यह दो लाइनां जिहड़ियां ने एजेन च रखो है। हुण जिथे टेक्सटो लिखे है NIF नोम्ब्रे लिखे है उहदे अगे देखो मैं लिखे है प्रोटेक्शन इंटरनेशनल। ठीक है जी, ये तुसी आपू लिखना है प्रोटेक्शन इंटरनेशनल। थल्ले लिखे है डिपार्टामेंटो, डिपार्टामेंट तो तुसी सामने खुद लिखना है, मैं लिख के तुहानूं विखाया है, यह भी वेख के लिख लियो मिनिस्टेरियो दे इंटीरियर। ठीक है जी, यह दो चीज़ां याद नाल लिख लैनियां ने। उस तो बाद तुसी थल्ले आउणा है ते लिखे है बुस्कार लिम्पियार, तुसी बुस्कार दे उत्ते क्लिक कर देनी है। बुस्कार दे उत्ते क्लिक करने तो बाद यह नवा पेज खुल जाएगा। इत्थे हुण तुसी देखोगे कि कितनियां ज़्यादा फाइलां ओपन ने है। ठीक है जी, तकरीबन हुण तुसी इहदे च देख लेना सामने लिखिया है 1/11/2022, यह 1/11/2022 उत्ते लिखिया है PDF रेफरेंस या बोए 2012। ठीक है जी, यह जो PDF लिखिया होना ना जो नीले रंग का ये क्लिक करनी है। उस तो थले दूजी डेट लिखा 26/10 फाइल निकली है, उस तो थले तुम देखोगे 19/10 निकली। इस तरह तुम देखोगे थले फाइल निकलदियाँ आउणगियां है। तुसी उत्तों स्टार्ट कर लेना है, अपने हिसाब नाल देख लेना कि मेरी फाइल नंबर किहदे विच है किहदे विच नहीं है। ठीक है, तुसी अगर उत्ते कदे PDF जिहड़ा पहला नंबर है ना 1/11/2022 कदे तुसी इहदे ते क्लिक करोगे तो फिर तुहानूं दसना अगे की निकलेगा। उदों तो उन्होंने जिस टाइम तुसी ओपन करोगे ना तो अगर तो तुहाडा मोबाइल है तो तुहाडे को मांग लेगा PDF ओपन करो, तुसी वो PDF ओपन करोगे तो यह पेज आ जाएगा। अगर कंप्यूटर तो डायरैक्ट ही यह पेज आ जाएगा। हुण इहदे ते तुसी वेखो ना कदे पहले नीए लिखे है NI, उहदे थोड़े थल्ले तुहाडा नीफ नंबर लिखे है, उहदे अगे एक्सपीडियंट है वे एक्सपीडियंट जिहड़ा तुहाडा असाइलम का नंबर है ना वो तुहाडे कार्ड दे उत्ते लिखे होंदा है, वो लिखे है। तो उस तो अगे लिखे है दिस फावराबले का मतलब होंदा है कि रिजैक्ट है। ठीक है, फावराबले का मतलब होगा कि सिलैक्ट है, या उन्होंने अगर बंद की फाइल तो अगे RTH एहो जा लिखे होगा। ठीक है, तुम देखोगे कि सारियां नीफ नंबर वाले सारे दिस फावराबले हो गए, यानी कि सब की रिजैक्ट हुई है। यदा बेहतरीन तरीका की है कि तुम देखोगे कि 182 तो स्टार्ट हुई है। तुम अपना देख लेना है कि तुहाडा नंबर किस नंबर तो स्टार्ट हो रहा है। मिसाल तौर पर तुहाडा नंबर 202 तो स्टार्ट हो रहा है, 190 तो स्टार्ट हो रहा है, उस हिसाब से तुम आसानी नाल इहनूं ढूंढ लवोगे है। और तुम जिस टाइम अपने एक्सपीरियंस के नंबर नाल मैच करोगे है कि तुहाडे करीब मतलब 202 तो तुहाडा शुरू होंदा, तुम 202 वाले नंबर जिहड़े स्टार्ट होंदे सारे वेख लैने ने। अगर उहदे च तुहाडा कोई मैच होंदा तो जबरदस्त है। देखना अपना नाम, अपना नीफ नंबर और थोड़ी फाइल नंबर एक के सेम है, फिर अगे रिजल्ट की फावराबल दिस फावराबल। जिन्ना चिर ऐ नहीं आंदा तुसीं सुकून नाल होकर जिथे आओ काम करो है। बहुत शुक्रिया, दुआवां याद रखियो है। ओके, अल्लाह हाफिज़।